ਇਹ ਆਦੇਸ਼ ਸਤਿਗੁਰਾਂ ਦਾ ਬਹੁਤ ਹੀ ਪਿਆਰਾ ਹੈ। ਇੱਥੋਂ ਹੀ ਧਰਮ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛਡਿਆਸ, ਹੋ ਸਭਨਾ ਕੀ ਰੇਣਕਾ ਤਾ ਆਓ ਹਮਾਰੇ ਪਾਸ। ਪਹਿਲਾਂ ਕਬੂਲ ਕਰ। ਜਿਵੇਂ ਸੰਸਾਰ ਦੀ ਯਾਤਰਾ ਸ਼ੁਰੂ ਹੁੰਦੀ ਹੈ ਨਾ, ਇਸਤਰੀ ਤੇ ਪੁਰਸ਼ ਮਿਲਣ ਨਾਲ, ਤੋ ਦੋਵੇਂ ਇੱਕ ਦੂਸਰੇ ਨੂੰ ਕਬੂਲ ਕਰ ਲੈਂਦੇ ਹਨ, ਇੱਕ ਦੂਸਰੇ ਦੇ ਨਾਲ ਜੀਣਾ ਕਬੂਲ ਕਰ ਲੈਂਦੇ ਹਨ ਤੇ ਸੰਸਾਰ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇੱਦਾਂ ਹੀ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਗੁਰੂ ਨਾਲ ਮਰਨਾ ਕਬੂਲ ਕਰਨਾ। ਮਿਟਣਾ ਕਬੂਲ ਕਰ ਲੈਣਾ, ਨਾ ਹੋਣਾ ਕਬੂਲ ਕਰ ਲੈਣਾ। ਪਹਿਲਾਂ ਕਬੂਲ ਕਰਨਾ ਹੈ। ਜਿਵੇਂ ਪਤੀ ਪਤਨੀ ਇੱਕ ਦੂਸਰੇ ਨੂੰ ਕਬੂਲ ਕਰ ਲੈਂਦੇ ਹਨ, ਫਿਰ ਉਹ ਜੀਣਾ ਸ਼ੁਰੂ ਕਰਦੇ ਹਨ। ਫਿਰ ਜ਼ਰੂਰੀ ਨਹੀਂ ਹੈ ਵੀ ਜਿਹੜਾ ਕਬੂਲਨਾਮਾ ਹੈ ਉਹਨਾਂ ਦਾ ਸਾਰੀ ਜ਼ਿੰਦਗੀ ਨਿਭ ਸਕੇ। ਬਹੁਤਿਆਂ ਦੇ ਤੇ ਕਬੂਲਨਾਮੇ ਟੁੱਟ ਜਾਂਦੇ ਹਨ, ਤਲਾਕ ਹੋ ਜਾਂਦੇ ਹਨ। ਪਰ ਅਧਿਆਤਮਿਕ ਜਗਤ ਦੇ ਵਿੱਚ ਇਹ ਜਿਹੜਾ ਕਬੂਲਨਾਮਾ ਹੈ ਨਾ, ਇਹ ਵੀ ਟੁੱਟ ਸਕਦਾ ਹੈ, ਪਰ ਇਹ ਟੁੱਟਦਾ ਹੈ ਸਦਾ ਹੀ ਇੱਕ ਤਰਫੋਂ। ਤੇ ਕਬੂਲਨਾਮਾ ਹੁੰਦਾ ਵੀ ਇੱਕ ਤਰਫੋਂ ਹੈ, ਕਿਉਂਕਿ ਦੂਸਰੇ ਤਰਫੋਂ ਤੇ ਹੋਇਆ ਹੀ ਹੋਇਆ ਹੈ। ਉਦੋਂ ਨੂੰ ਤੇ ਟੁੱਟਣ ਦਾ ਕੋਈ ਕੰਮ ਹੀ ਨਹੀਂ, ਟੁੱਟ ਸਕਦਾ ਨਹੀਂ, ਕਿਉਂਕਿ ਕਬੂਲਨਾਮਾ ਪੂਰਾ ਹੋ ਗਿਆ। ਪਰ ਇੱਧਰ ਅਧਿਆਤਮਿਕ ਜਗਤ ਦੇ ਵਿੱਚ ਅਗਰ ਯਾਤਰਾ ਸ਼ੁਰੂ ਕਰਨੀ ਹੈ ਨਾ, ਤੇ ਪਹਿਲਾਂ ਕਬੂਲਣਾ ਹੈ ਮਰਨਾ। ਜੀਵਨ ਦੀ ਲਾਲਸਾ ਛੱਡਣੀ ਹੈ ਵੀ ਮੈਂ ਸੰਸਾਰ ਦੇ ਵਿੱਚ ਨਹੀਂ ਜੀਣਾ ਚਾਹੁੰਦਾ, ਤਾਂ ਹੀ ਤੁਹਾਡੀ ਧਰਮ ਦੀ ਸ਼ੁਰੂਆਤ ਹੋ ਸਕਦੀ ਹੈ। ਖਿਆਲ ਵਿੱਚ ਰੱਖੋ। ਫਿਰ ਗੱਲ ਉਹਨਾਂ ਚਿਰ ਅਧਿਆਤਮ ਦੀ ਯਾਤਰਾ ਸ਼ੁਰੂ ਹੀ ਨਹੀਂ ਹੁੰਦੀ ਹੈ। ਜਿਵੇਂ ਅਕਸਰ ਕਿਹਾ ਜਾਂਦਾ ਹੈ ਨਾ ਕਿ ਸੰਸਾਰ ਵੱਲੋਂ ਵੈਰਾਗ ਨਾ ਹੋਵੇ ਤੇ ਧਰਮ ਦੀ ਯਾਤਰਾ ਸ਼ੁਰੂ ਨਹੀਂ ਹੁੰਦੀ। ਤੇ ਵੈਰਾਗ ਦਾ ਅਰਥ ਵੀ ਉਹੋ ਹੀ ਹੈ ਵੀ ਵਿਅਰਥ ਲੱਗਣ ਲੱਗ ਪਿਆ, ਚੰਗਾ ਨਹੀਂ ਲੱਗਦਾ। ਹੁਣ ਜੀ ਜੀ ਕੇ ਦੇਖ ਲਿਆ, ਜੀ ਜੀ ਕੇ ਰੱਜ ਗਏ। ਜਿਹੜਾ ਜੀ ਕੇ ਰੱਜ ਗਿਆ ਉਹ ਫਿਰ ਜੀਉਣਾ ਨਹੀਂ ਚਾਹੁੰਦਾ ਹੈ। ਤੁਸੀਂ ਰੱਜੇ ਥੋੜ੍ਹੀ ਹੋ, ਤੁਸੀਂ ਜੀਵਨ ਦੀ ਲਾਲਸਾ ਦੇ ਭੁੱਖੇ ਹੋ। ਕਹਿੰਦੇ ਨੇ ਭੁੱਖਾ ਆਦਮੀ ਭੱਜਿਆ ਫਿਰਦਾ, ਤ੍ਰਿਪਤੀ ਨਹੀਂ ਹੈ। ਤੇ ਜਿੰਨਾ ਜ਼ਿਆਦਾ ਭੁੱਖਾ ਹੈ ਓਨਾ ਜ਼ਿਆਦਾ ਭੱਜਦਾ ਹੈ। ਕਹਿੰਦੇ ਨਾ ਉਦਮ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ। ਦੇਖੋ
ਸੋਚਦਾ ਥੋੜ੍ਹੀ ਹੈ, ਦੇਖ ਥੋੜ੍ਹੀ ਰਹੇ ਹੋ ਵੀ ਕਿਹੜੇ ਜੀਵਨ ਦੀ ਤੁਸੀਂ ਲਾਲਸਾ ਕਰ ਰਹੇ ਹੋ। ਇਹ ਜੀਵਨ ਹੈ ਕੋਈ ਜਿਹਦੀ ਲਾਲਸਾ ਕਰ ਰਹੇ ਹੋ ਤੁਸੀਂ ਦੇਖ ਵੀ ਨਹੀਂ ਰਹੇ। ਤੇ ਜਿਨ੍ਹਾਂ ਨੂੰ ਦਿਖ ਰਿਹਾ ਉਹ ਦੱਸ ਰਹੇ ਹਨ ਤਾਂ ਵੀ ਤੁਸੀਂ ਨਹੀਂ ਸਮਝਦੇ ਹੋ, ਫਿਰ ਵੀ ਉਸੇ ਜੀਵਨ ਦੀ ਲਾਲਸਾ ਕਰੀ ਜਾਂਦੇ। ਤੇ ਜੀਵਨ 'ਚ ਮਿਲ ਕੀ ਜਾਂਦਾ ਹੈ, ਮਿਲ ਕੀ ਰਿਹਾ ਹੈ, ਖਿਆਲ ਕਰੋ। ਜਿਹੜੀਆਂ ਉੱਚੀਆਂ ਪਦਵੀਆਂ 'ਤੇ ਵੀ ਪਹੁੰਚ ਜਾਂਦੇ ਹਨ, ਕੁਛ ਹਾਸਲ ਵੀ ਕਰ ਲੈਂਦੇ ਹਨ ਸੰਸਾਰ ਦੇ ਵਿੱਚ, ਉਹਨਾਂ ਨੂੰ ਵੀ ਕੀ ਮਿਲ ਜਾਂਦਾ ਹੈ? ਅਸ਼ਾਂਤੀ ਹੀ ਮਿਲਦੀ, ਤਣਾਅ ਵੀ ਮਿਲ ਜਾਂਦਾ। ਕਈ ਮਸ਼ਹੂਰ ਜ਼ਿਆਦਾ ਹੋ ਜਾਣ ਆਤਮ ਹੱਤਿਆ ਵੀ ਕਰ ਲੈਂਦੇ ਹਨ, ਬੇਚੈਨ ਹੋ ਜਾਂਦੇ। ਜਿਹੜੇ ਨਹੀਂ ਹੋਏ ਹਨ ਨਾ, ਉਹਨਾਂ ਨੂੰ ਨਹੀਂ ਪਤਾ ਹੈ ਵੀ ਮਸ਼ਹੂਰ ਹੋ ਕੇ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਹਰ ਵਕਤ ਹੀ ਆਦਮੀ ਨੂੰ ਸੁਚੇਤ ਸਾਵਧਾਨ ਰਹਿਣਾ ਪੈਂਦਾ। ਅਤੇ ਸੰਸਾਰ ਦੀਆਂ ਉਲਝਣਾਂ 'ਚ ਜ਼ਿਆਦਾ ਫਸ ਜਾਂਦਾ ਹੈ ਬੰਦਾ, ਅਤੇ ਜੀ ਥੋੜ੍ਹੀ ਰਿਹਾ। ਜਿੰਨੀ ਜੀਵਨ ਦੀ ਲਾਲਸਾ ਜ਼ਿਆਦੀ, ਓਨਾ ਹੀ ਉਹ ਜੀਂਦਾ ਨਹੀਂ ਹੈ। ਇਹ ਗੱਲ ਫਿਰ ਦੂਸਰੇ ਢੰਗ ਨਾਲ ਵੀ ਖਿਆਲ ਵਿੱਚ ਲੈ ਲਓ ਵੀ ਜਿਹੜਾ ਜੀਵਨ ਬਾਰੇ ਸੋਚ ਰਿਹਾ ਹੈ ਵੀ ਮੈਂ ਜੀਊਂਗਾ, ਜੀਣਾ ਹੈ, ਤੂੰ ਜੀ ਥੋੜ੍ਹੀ ਰਿਹਾ, ਉਹ ਤਾਂ ਸੋਚ ਰਿਹਾ ਹੈ ਜੀਵਨ ਬਾਰੇ। ਜੀਂਦਾ ਤਾਂ ਉਹ ਹੈ ਜਿਹੜਾ ਸੋਚਦਾ ਨਹੀਂ। ਜਿਹੜਾ ਸੋਚ ਰਿਹਾ ਹੈ ਮੈਂ ਜੀਊਂਗਾ, ਅਤੇ ਜੀਣ ਬਾਰੇ ਤੁਸੀਂ ਸੋਚ ਹੀ ਰਹੇ ਹੋ। ਰੋਜ਼ ਹੀ ਨਵੀਆਂ ਨਵੀਆਂ ਸਕੀਮਾਂ ਘੜਦੇ ਹੋ, ਕਿਵੇਂ ਜੀਣਾ ਹੈ, ਕੀ ਕਰਨਾ ਹੈ, ਕਿਵੇਂ ਕਰਨਾ ਹੈ। ਜੋ ਵੀ ਸੋਚ ਹੈ ਤੁਹਾਡੀ ਸਭ ਜੀਵਨ ਦੇ ਦੁਆਲੇ ਘੁੰਮ ਰਹੀ। ਤੁਸੀਂ ਜੀਣਾ ਚਾਹੁੰਦੇ ਹੋ ਤਾਂ ਤੁਹਾਡਾ ਮਨ ਚੱਲ ਰਿਹਾ ਹੈ, ਚਾਹਤ ਤੁਹਾਨੂੰ ਅੱਗੇ ਲੈ ਕੇ ਜਾਂਦੀ। ਸੋਚ ਰਹੇ ਹੋ ਤੁਸੀਂ ਅਗਲਾ ਭਵਿੱਖ ਦੇ ਵਿੱਚ, ਜਾਂ ਪਿੱਛੇ ਜੀ ਲਿਆ ਸੀ ਕੁਛ ਗਲਤ, ਉਹ ਗਲਤੀਆਂ ਵੱਲ ਤੁਹਾਡਾ ਖਿਆਲ ਹੈ ਵੀ ਉਹ ਸੁਧਾਰ ਲੈਂਦੇ ਤਾਂ ਚੰਗਾ ਜੀਵਨ ਹੋਣਾ ਸੀ। ਕਈ ਇਉਂ ਹੀ ਸੋਚਦੇ ਰਹਿੰਦੇ ਹਨ, ਪਿੱਛੇ ਗਲਤੀਆਂ ਹੋ ਗਈਆਂ, ਉਹ ਨਾ ਹੁੰਦੀਆਂ ਤਾਂ ਜੀਵਨ ਵਧੀਆ ਹੋਣਾ ਸੀ। ਅਤੇ ਜੀਤ ਕੋਈ ਵੀ ਨਹੀਂ ਰਿਹਾ ਹੈ, ਕੋਈ ਅੱਗੇ ਜੀ ਰਿਹਾ, ਕੋਈ ਪਿੱਛੇ ਜੀ ਰਿਹਾ। ਅਤੇ ਜਿਹੜਾ ਸੋਚ ਰਿਹਾ ਹੈ ਜੀਵਨ ਬਾਰੇ, ਉਹ ਜੀਂਦਾ ਨਹੀਂ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਅਵਰ ਨਾ ਜੀਵਸ ਕੋਏ। ਕਹਿੰਦੇ ਉਹ ਜੀਂਦਾ ਹੈ ਜਿਹਦੇ ਮਨ ਦੇ ਵਿੱਚ ਉਹ ਵਸ ਗਿਆ। ਸੋਏ ਉਹ ਜਿਹੜਾ ਹੈ, ਅਤੇ ਜਿਹਦੇ ਮਨ ਦੇ ਵਿੱਚ ਜੋ ਨਹੀਂ ਹੈ ਉਹ ਵਸ ਗਿਆ, ਸੰਸਾਰ ਵਸ ਗਿਆ, ਉਹ ਜੀਂਦਾ ਥੋੜ੍ਹੀ। ਤੁਸੀਂ ਜੀ ਥੋੜ੍ਹੀ ਰਹੇ ਹੋ, ਤੁਸੀਂ ਸੋਚ ਰਹੇ ਹੋ। ਸੋਚ ਵਿਚਾਰ ਕੇ ਆਪਣਾ ਆ ਜਿਹੜੇ 4 ਸਵਾਸ ਹਨ ਤੁਹਾਨੂੰ ਮਿਲੇ, ਉਹ ਵੀ ਵਿਅਰਥ ਗਵਾ ਰਹੇ ਹੋ। ਕੌਡੀ ਬਦਲੇ ਜੀਵਨ ਗਵਾਇਆ, ਜਨਮ ਗਵਾਇਆ, ਮਾਇਆ ਭਰਮ ਭੁਲਾਏ। ਅਤੇ ਤੁਸੀਂ ਇਹ ਜੀਵਨ ਦੀ ਲਾਲਸਾ ਕਰਕੇ ਜੀਵਨ ਨੂੰ ਗਵਾ ਰਹੇ ਹੋ, ਜੀ ਫਿਰ ਵੀ ਨਹੀਂ ਰਹੇ ਹੋ। ਦੇਖੋ ਕਮਾਲ ਦੀ ਗੱਲ, ਇੰਨਾ ਆਦਮੀ ਕੋਸ਼ਿਸ਼ ਕਰ ਰਿਹਾ ਹੈ ਜੀਣ ਦੀ, ਫਿਰ ਵੀ ਨਹੀਂ ਜੀ ਰਿਹਾ। ਪਰ ਜਿਨ੍ਹਾਂ ਨੇ ਕੋਸ਼ਿਸ਼ ਛੱਡ ਦਿੱਤੀ ਸੀ ਜੀਣ ਦੀ, ਜਿਨ੍ਹਾਂ ਨੇ ਕੋਸ਼ਿਸ਼ ਛੱਡ ਦਿੱਤੀ ਹੈ ਜੀਣ ਦੀ, ਉਹ ਜੀਂਦੇ ਹਨ। ਕਿਉਂਕਿ ਕੋਸ਼ਿਸ਼ ਦੁਬਾਰਾ ਨਹੀਂ ਜੀਆ ਜਾਂਦਾ ਹੈ, ਬਿਨਾਂ ਕੋਸ਼ਿਸ਼ ਤੋਂ ਹੀ ਜੀਵਨ ਚੱਲ ਰਿਹਾ ਹੈ। ਹੁਣ ਤੁਹਾਡੀ ਕੋਸ਼ਿਸ਼ ਦੀ ਲੋੜ ਥੋੜ੍ਹੀ ਹੈ ਜੀਵਨ ਨੂੰ ਚੱਲਣ ਵਾਸਤੇ। ਔਰ ਰਾਤ ਨੂੰ ਤੁਸੀਂ ਸੁੱਤੇ ਹੁੰਦੇ ਹੋ, ਉਦੋਂ ਕੋਸ਼ਿਸ਼ ਕਰ ਰਹੇ ਹੁੰਦੇ ਜੀਣ ਵਾਸਤੇ, ਅਤੇ ਜੀਵਨ ਚੱਲਦਾ ਹੀ ਹੈ ਨਾ ਸੁੱਤੇ ਬਿਨਾਂ ਕੋਸ਼ਿਸ਼ ਤੋਂ, ਅਤੇ ਸਦਾ ਹੀ ਚੱਲਦਾ ਹੈ। ਬੱਚੇ ਦਾ ਵੀ ਚੱਲਦਾ ਹੈ,
ਪਸ਼ੂ ਪੰਛੀਆਂ ਦਾ ਚੱਲ ਰਿਹਾ ਹੈ, ਦੇਖੋ ਸਾਰਿਆਂ ਦਾ ਚੱਲੀ ਜਾਂਦਾ। ਪਰ ਤੁਸੀਂ ਕਹਿੰਦੇ ਕੋਸ਼ਿਸ਼ ਨਾ ਕਰਾਂਗੇ ਤੇ ਜੀਵਾਂਗੇ ਨਾ, ਜੀਵਾਂਗੇ ਕਿਵੇਂ? ਤੇ ਕੋਸ਼ਿਸ਼ ਕਰ ਕਰਕੇ ਤੁਸੀਂ ਜੀ ਨਹੀਂ ਰਹੇ ਹੋ। ਇਹ ਉਲਟੀ ਗੱਲ ਹੋ ਰਹੀ ਹੈ। ਜਿਹੜੇ ਮਰਨਾ ਕਬੂਲ ਕਰ ਲੈਂਦੇ ਹਨ, ਜਿਹੜੇ ਜੀਂਦੇ ਜੀ ਮਰ ਜਾਂਦੇ ਹਨ, ਜੀਵਤ ਮਰੀਏ ਤਾਂ ਪਾਓ ਜਲ ਤਰੀਏ, ਤਾਓ ਫਿਰ ਮਰਨ ਨਾ ਹੋਏ, ਉਹ ਵਾਸਤਵਿਕ ਦੇ ਵਿੱਚ ਜੀਂਦੇ। ਤੇ ਮੈਂ ਕਹਿੰਦਾ ਹਾਂ ਮਰਨਾ ਕਬੂਲ ਕਰੋ। ਦੁਬਾਰਾ ਤੁਹਾਨੂੰ ਮਰਨਾ ਨਾ ਪਵੇਗਾ ਤਾਂ ਫਿਰ ਮਰਨ ਨਾ ਹੋਈ, ਕਹਿੰਦੇ ਪਹਿਲਾਂ ਹੀ ਕਬੂਲ ਕਰ ਲਓ ਮਰਨ, ਤੇ ਮਰਨ ਦੀ ਤਿਆਰੀ ਹੈ। ਤੇ ਕਬੂਲ ਕਰੋਗੇ ਪਹਿਲਾਂ, ਫਿਰ ਇੱਕਦਮ ਨਹੀਂ ਮਰ ਜਾਓਗੇ, ਇੱਕਦਮ ਨਹੀਂ ਮਿਟ ਜਾਓਗੇ, ਹੌਲੀ ਹੌਲੀ ਕਰਕੇ ਮਿਟੋਗੇ। ਮਿਟਾਉਣ ਵਾਲੇ ਵੀ ਇੱਕਦਮ ਨਹੀਂ ਮਿਟਾਉਂਦੇ ਹਨ, ਉਹ ਵੀ ਹੌਲੀ ਹੌਲੀ ਥੋੜ੍ਹੀ ਥੋੜ੍ਹੀ ਡੋਜ਼ ਦਿੰਦੇ ਹਨ, ਮਿਟਣ ਦੀ ਡੋਜ਼। ਜਿਵੇਂ ਕਹਿੰਦੇ ਹਨ ਨਾ, ਪੁਰਾਣੇ ਸਮਿਆਂ ਦੇ ਵਿੱਚ ਵਿਸ਼ ਕੰਨਿਆ ਤਿਆਰ ਕਰਦੇ ਸਨ ਸਮਰਾਟ। ਛੋਟੀਆਂ ਬੱਚੀਆਂ ਨੂੰ ਉਹ ਥੋੜ੍ਹੀ ਥੋੜ੍ਹੀ ਰੰਚਕ ਮਾਤਰ ਜ਼ਹਿਰ ਰੋਜ਼ ਦਿੰਦੇ ਸਨ ਘੋਲ ਕੇ, ਤੋਂ ਜਵਾਨ ਹੁੰਦੇ ਤੱਕ ਉਹ ਹੌਲੀ ਹੌਲੀ ਸਾਰੇ ਸਰੀਰ ਦੇ ਵਿੱਚ ਰਚ ਜਾਂਦੀ ਸੀ। ਉਨੀ ਹੀ ਦਿੰਦੇ ਸਨ ਜਿੰਨੀ ਉਹ ਸਹਾਰ ਸਕੇ, ਅਤੇ ਹੌਲੀ ਹੌਲੀ ਸਾਰਾ ਸਰੀਰ ਜ਼ਹਿਰੀਲਾ ਹੋ ਜਾਂਦਾ ਸੀ, ਅਤੇ ਦੂਸਰੇ ਰਾਜਾਂ ਦੇ ਵਿੱਚ ਉਹ ਛੱਡ ਦਿੰਦੇ। ਤੋ ਜਿਹੜਾ ਵੀ ਉਹਨਾਂ ਦੇ ਨਾਲ ਸੰਪਰਕ ਕਰਦਾ ਉਹ ਹੀ ਮਰ ਜਾਂਦਾ। ਅਤੇ ਹੌਲੀ ਹੌਲੀ ਇੰਨਾ ਜ਼ਹਿਰੀਲਾ ਹੋ ਜਾਂਦਾ ਸਰੀਰ, ਪਰ ਇੱਧਰ ਜ਼ਹਿਰ ਉਤਾਰਨ ਦੀ ਡੋਜ਼ ਦਿੱਤੀ ਜਾਂਦੀ ਹੈ, ਵਿਸ਼ ਨੂੰ ਕੱਢਣ ਦੀ ਡੋਜ਼ ਦਿੱਤੀ ਜਾਂਦੀ ਹੈ, ਮਿਟਣ ਦੀ ਡੋਜ਼ ਦਿੱਤੀ ਜਾਂਦੀ ਕਹਿ ਲਓ। ਅਤੇ ਥੋੜ੍ਹੀ ਥੋੜ੍ਹੀ ਰੋਜ਼ ਰੋਜ਼ ਉਹ ਮਿਟਾਉਂਦਾ ਹੈ। ਪਹਿਲਾਂ ਜਿਹੜਾ ਮਿਟਣਾ ਕਬੂਲ ਕਰੂ ਉਹਨੂੰ ਹੀ ਮਿਟਾਊਗਾ। ਜਿਵੇਂ ਕੋਈ ਮੂਰਤੀ ਘੜਦਾ ਹੈ, ਮੂਰਤੀ ਕਰ, ਅਤੇ ਪੱਥਰ ਅਜੇ ਕਵੇ ਮੈਂ ਨਹੀਂ ਬਣਨਾ ਹੈ ਮੂਰਤੀ, ਅਵਰੋਧ ਖੜਾ ਕਰੇ, ਕਰਦੇ ਨਹੀਂ ਹਨ ਪੱਥਰ। ਪਰ ਜੇ ਕੋਈ ਕਰੇ ਤਾਂ ਫਿਰ ਘੜਨਾ ਕਠਿਨ ਹੋ ਜਾਵੇਗਾ ਨਾ, ਇੱਧਰ ਉੱਧਰ ਹੁੰਦਾ ਰਹੇ, ਨੱਠੇ ਭੱਜੇ, ਫਿਰ ਤਾਂ ਮੂਰਤੀ ਚੱਜ ਦੀ ਬਣੂ ਨਹੀਂ। ਅਤੇ ਮੂਰਤੀ ਉਹੀ ਵਧੀਆ ਬਣਦੀ ਹੈ ਜਿਹੜੀ ਮੂਰਤੀ ਬਣਨ ਨੂੰ ਤਿਆਰ ਹੋ ਜਾਂਦੀ। ਅਤੇ ਜਿਹੜਾ ਮਿਟਣ ਨੂੰ ਤਿਆਰ ਹੋ ਗਿਆ ਪੱਥਰ, ਉਹਨੂੰ ਫਿਰ ਉਹ ਮੂਰਤੀ ਬਣਾਉਂਦਾ ਹੈ, ਘੜਦਾ ਹੈ, ਮਿਟਾਉਂਦਾ ਹੈ, ਲਾਉਂਦਾ ਹੈ ਚਾਰ ਚੁਫੇਰੇ, ਉਹਨੂੰ ਰੋਜ਼ ਰੋਜ਼ ਤੋੜਦਾ ਹੈ, ਘੜਦਾ ਹੈ। ਜੋ ਵੀ ਜੁੜਿਆ ਹੋਇਆ ਹੈ ਸੰਸਾਰ ਦਾ ਤੁਹਾਡੇ ਦੁਆਲੇ, ਤੁਹਾਡੇ ਮਨ ਦੇ ਦੁਆਲੇ, ਉਹ ਸਾਰਾ ਹੀ ਲਾਉਣਾ, ਸੰਸਾਰ ਨੂੰ ਅਲੱਗਾ ਕਰਨਾ ਹੈ। ਅਤੇ ਪਹਿਲਾਂ ਸੰਸਾਰ ਵੱਲੋਂ ਅਲੱਗਾ ਹੋਣ ਕਬੂਲੋ, ਮਿਟਣਾ ਕਬੂਲੋ। ਹੁਣ ਨਹੀਂ ਜੀਣਾ ਚਾਹੁੰਦੇ, ਨਹੀਂ ਭੋਗਣਾ ਚਾਹੁੰਦੇ ਹਨ। ਬਥੇਰਾ ਭੋਗ ਲਿਆ ਹੈ ਸੰਸਾਰ ਨੂੰ, ਬਥੇਰਾ ਜਾਣ ਲਿਆ, ਸਭ ਕੁਛ ਕਰ ਲਿਆ ਹੈ, ਉਹ ਕਰਨ ਨੂੰ ਕੁਛ ਬਾਕੀ ਨਹੀਂ ਰਹਿ ਗਿਆ। ਹੁਣ ਵਾਪਸ ਆਪਣੇ ਘਰ ਨੂੰ ਜਾਣਾ, ਛੱਡਣਾ ਹੈ ਇਹ ਘਰ। ਸਭਨਿਆਂ ਸਹੁਰੇ ਵੰਜਣਾ, ਸਭ ਮੁਕਲਾਵਣ ਹੋਆ। ਸਾਰਿਆਂ ਨੇ ਜਾਣਾ ਸਹੁਰੇ, ਅਤੇ ਸਹੁਰੇ ਦੀ ਜਾਣ ਦੀ ਤਿਆਰੀ ਕਰੋ।
ਪੇਕੇ ਘਰ ਨੂੰ ਛੱਡੋਗੇ ਤਾਂ ਹੀ ਜਾਓਗੇ ਨਾ ਸਹੁਰੇ। ਜੇ ਪੇਕੇ ਘਰ 'ਚ ਤਟਕਿਆ ਰਿਹਾ ਤੁਹਾਡਾ ਤਾਂ ਸਹੁਰੇ ਵਸ ਨਹੀਂ ਪਾਓਗੇ। ਜਿਵੇਂ ਕਈਆਂ ਲੜਕੀਆਂ ਦਾ ਚਿੱਤ ਨਾ ਪਿੱਛੇ ਲੱਗਾ ਰਹਿੰਦਾ ਹੈ ਪੇਕੇ ਘਰ, ਅਤੇ ਸਹੁਰੇ ਘਰ ਚੱਜ ਨਾਲ ਵਸ ਨਹੀਂ ਪਾਉਂਦੀਆਂ। ਅਤੇ ਸਹੁਰੇ ਘਰ ਤੇ ਉਹੀ ਵਸਦੀ ਹੈ ਚੱਜ ਨਾਲ, ਪੂਰੀ ਦੀ ਪੂਰੀ ਵਸਦੀ ਹੈ ਆਪਣੇ ਪਿਆਰੇ ਨਾਲ, ਜਿਹੜੀ ਪੇਕੇ ਘਰ ਨੂੰ ਭੁਲਾ ਦਿੰਦੀ ਹੈ। ਫਿਰ ਹੀ ਪੂਰੀ ਹੋਈ ਨਾ। ਮਨ ਕਰਕੇ ਬਸ, ਤਨ ਕਰਕੇ ਵੀ ਵਸਣਾ, ਕੋਈ ਵਸਣਾ ਹੋਇਆ ਮਨ ਕਰਕੇ। ਅਤੇ ਪੇਕੇ ਘਰ ਨੂੰ ਛੱਡਣਾ ਹੈ ਅਤੇ ਤਿਆਰੀ ਕਰੋ। ਮਰਨਾ ਕਬੂਲ ਕਰੋ, ਜੀਵਨ ਦੀ ਲਾਲਸਾ ਛੱਡੋ। ਸੰਸਾਰ ਦੇ ਵਿੱਚ ਜੀਣਾ ਨਹੀਂ ਜੀਣਾ। ਤੇ ਹੋ ਸਬਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਤੇ ਇੱਧਰ ਇਹ ਕਿਹਾ ਜਾ ਰਿਹਾ ਹੈ ਕਿ ਜੀਵਨ ਦੀ ਲਾਲਸਾ ਛੱਡੋ, ਮਰਨਾ ਕਬੂਲ ਕਰ ਲਓ। ਫਿਰ ਤੁਹਾਨੂੰ ਵਾਸਤਵਿਕ ਦੇ ਵਿੱਚ ਮਰ ਕੇ ਜੀਣ ਦੀ ਕਲਾ ਦਾ ਪਤਾ ਲੱਗੇਗਾ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਪਰ ਇਹਨਾਂ ਪੰਕਤੀਆਂ ਦਾ ਅਰਥ ਪਹਿਲਾਂ ਨਹੀਂ ਪਤਾ ਲੱਗੇਗਾ। ਲੱਖ ਸਮਝਣ ਦੀ ਕੋਸ਼ਿਸ਼ ਕਰ ਲਓ, ਨਹੀਂ ਸਮਝ ਵਿੱਚ ਆਏਗਾ ਜਿੰਨਾ ਚਿਰ ਤੁਸੀਂ ਮਰੋ। ਪਹਿਲਾਂ ਮਰੋ, ਮਰ ਕੇ ਫਿਰ ਦੇਖੋ।